ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ, ਜੀ ਆਏ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਗੁਰਜਿੰਦਰ ਜੀ। ਜੀ ਦੋਸਤੋ, ਸੰਸਾਰ ਪੱਧਰ ਦੇ ਉੱਤੇ ਇੱਕ ਗੱਲ ਡਿਬੇਟ ਦਾ ਇਸ਼ੂ ਬਣ ਗਈ। ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਇੱਕ ਗੱਲ ਅੱਗੇ ਵਧਾਈ ਜਾ ਰਹੀ ਹੈ ਵਰਲਡ ਲੈਵਲ ਤੇ ਕਿ ਆਮ ਲੋਕਾਂ ਨੂੰ ਹਥਿਆਰ ਰੱਖਣ ਦੀ ਜੋ ਗੱਲ ਚੱਲਦੀ ਹੈ ਕਿੱਥੋਂ ਤੱਕ ਆਹ ਜਾਇਜ਼ ਹੈ। ਇੱਕ ਪਾਸੇ ਤਾਂ ਜੋ ਵੱਡੇ ਇੰਟੈਲੈਕਚੁਅਲ ਵਰਗ ਨੇ ਉਹ ਇਸ ਗੱਲ ਦੀ ਹਮਾਇਤ ਕਰਦੇ ਨੇ ਕਿ ਹਾਂ, ਆਮ ਲੋਕਾਂ ਨੂੰ ਹਥਿਆਰ ਰੱਖਣੇ ਬਣਦੇ ਨੇ ਜਿਹੋ ਜਿਹਾ ਹੁਣ ਸੰਸਾਰ ਪੱਧਰ ਦੇ ਉੱਤੇ ਖਿਲਾਅ ਪਿਆ ਹੋਇਆ। ਜੇਕਰ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਵਿੱਚ ਵੀ ਇਹ ਡਿਬੇਟ ਹੁਣ ਅੰਦਰ ਤੱਕ ਚਲੀ ਗਈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਇੱਕ ਬਿਆਨ ਦਿੰਦੇ ਨੇ। ਉਹ ਸਭ ਕੁਝ ਦੇਖ ਰਹੇ ਨੇ ਉਹ ਕਿ ਕਿਵੇਂ ਆਹ ਗੱਲ ਇੱਕ ਵਰਲਡ ਲੈਵਲ 'ਤੇ ਚੱਲ ਰਹੀ ਹੈ ਤੇ ਸਿੱਖਾਂ ਦਾ ਇੱਕ ਵੱਡੇ ਪੱਧਰ ਉੱਤੇ ਤਬਕਾ ਇਸ ਗੱਲ ਦੀ ਹਮਾਇਤ ਵੀ ਕਰਦਾ ਕਿ ਸਿੱਖਾਂ ਨੂੰ ਹਥਿਆਰ ਰੱਖਣੇ ਜਾਇਜ਼ ਨੇ, ਗੁਰੂ ਦਾ ਸਿਧਾਂਤ ਵੀ ਹੈ। ਹੁਣ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਇਸ ਗੱਲ ਦੀ ਹਮਾਇਤ ਕਰਦੇ ਨੇ। ਕਹਿੰਦੇ ਨੇ ਕਿ ਜੋ ਮਾਡਰਨ ਵੈਪਨ ਨੇ, ਜੋ ਮਾਡਰਨ ਹਥਿਆਰ ਨੇ ਉਹ ਸਿੱਖਾਂ ਨੂੰ ਰੱਖਣੇ ਚਾਹੀਦੇ ਨੇ। ਇਹਦੇ ਉੱਤੇ ਅਲੱਗ-ਅਲੱਗ ਸ਼ਖਸੀਅਤਾਂ ਦਾ ਭਾਵੇਂ ਰਾਜਨੀਤਿਕ ਤੌਰ 'ਤੇ ਹੋਣ, ਧਾਰਮਿਕ ਤੌਰ 'ਤੇ ਹੋਣ, ਉਹਨਾਂ ਦਾ ਪ੍ਰਤੀਕਰਮ ਆਇਆ। ਇਸ ਇਸ਼ੂ 'ਤੇ ਗੱਲ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪਰਮਿੰਦਰ ਜੀ ਨੇ। ਪਰਮਿੰਦਰ ਜੀ, ਕਿਵੇਂ ਦੇਖਦੇ ਹੋ? ਇਕੱਲੇ ਆਹ ਸਿੱਖਾਂ ਤੱਕ ਸੀਮਿਤ ਨਹੀਂ, ਵਰਲਡ ਲੈਵਲ ਦੇ ਉੱਤੇ ਇਹ ਗੱਲ ਤੋਰੀ ਜਾ ਰਹੀ ਹੈ। ਭਾਵੇਂ ਇਹਦੇ ਵਿੱਚ ਕੰਪਨੀਆਂ ਹੋ ਸਕਦੀਆਂ ਨੇ ਜਾਂ ਸਰਕਾਰਾਂ ਹੋ ਸਕਦੀਆਂ ਨੇ, ਮਹਾਂਸ਼ਕਤੀਆਂ ਹੋ ਸਕਦੀਆਂ ਨੇ ਜੋ ਕੰਟਰੋਲ ਕਰਦੀਆਂ ਸਾਰਾ ਕੁਛ, ਪਰ ਅਹਿਮ ਇਸ਼ੂ ਇਹ ਬਣ ਜਾਂਦਾ ਕਿ ਸਿੱਖ ਕੌਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਿੱਖ ਕੌਮ ਤੇ ਦੁਖਾਂਤ ਵੀ ਲਗਾਤਾਰ ਵਾਪਰੇ ਨੇ, ਬੜੀ ਘਟਨਾਕ੍ਰਮ ਸਿੱਖ ਕੌਮ ਦੇ ਨਾਲ ਹੋਏ ਨੇ। ਐਨ ਇਸ ਮੌਕੇ 'ਤੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਕਹਿਣਾ ਕਿ ਮਾਡਰਨ ਹਥਿਆਰ ਰੱਖਣੇ ਸਿੱਖਾਂ ਲਈ ਗੱਲ ਤੋਰੀ ਉਹਨਾਂ ਨੇ ਅੱਗੇ। ਗੁਰਜਿੰਦਰ ਜੀ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆ ਅੱਜ ਦੇ ਸਮੇਂ ਦੇ ਵਿੱਚ ਜਥੇਦਾਰ, ਕਾਰਜਕਾਰੀ ਜਥੇਦਾਰ ਨੇ ਜਿਹੜੇ, ਉਹ ਇਕੱਲਾ ਐਂ ਕਹਿ ਲਓ ਕਿ ਕਿਉਂਕਿ ਜਥੇਦਾਰ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਉਹਨਾਂ ਨੇ ਦਿੱਤਾ, ਉਹਨਾਂ ਦੇ ਕਰਕੇ ਇਹਨੂੰ ਸਿੱਖ ਕੌਮ ਨਾਲ ਜੋੜ ਕੇ ਜ਼ਿਆਦਾ ਦੇਖਿਆ ਜਾ ਰਿਹਾ। ਤੇ ਹਥਿਆਰ ਦਾ ਜੇ ਆਪਾਂ ਵੈਸੀ ਗੱਲ ਕਰਦੇ ਨਾ, ਹਥਿਆਰ ਤੁਸੀਂ ਲਾਇਸੈਂਸੀ ਹਥਿਆਰ ਦੀ ਗੱਲ ਕੀਤੀ ਉਹਨਾਂ ਨੇ, ਤਾਂ ਐਸਾ ਵੈਸੇ ਜੇ ਆਪਾਂ ਲਾਇਸੈਂਸੀ ਅੱਗੇ ਹਟਾ ਦਈਏ ਨਾ, ਹਥਿਆਰ ਤੋਂ ਬਿਨਾਂ ਮੇਰੇ ਖਿਆਲ ਨਾਲ ਭਾਰਤ ਦੇ ਵਿੱਚ ਜੇ ਆਪਾਂ ਗੱਲ ਕਰੀਏ, ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ, ਤਾਂ ਕੋਈ ਵੀ ਘਰ ਇਹੋ ਜਿਹਾ ਨਹੀਂ ਜਿੱਥੇ ਹਥਿਆਰ ਨਾ ਹੋਵੇ ਜੀ। ਠੀਕ ਹੈ, ਹਥਿਆਰ ਦੇ ਵਿੱਚ ਤਾਂ ਬਹੁਤ ਕੁਛ ਆ ਜਾਂਦਾ। ਹੁਣ ਅੱਜ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸੁਣਵਾਈ ਕੀਤੀ ਹੈ ਕੇਸ ਦੀ, ਬਿਲਕੁਲ ਉਹਦੇ ਵਿੱਚ ਤਾਂ ਕਹਿਤਾ ਵੀ ਇੱਕ ਫਿੱਟ ਬੰਦੇ ਦਾ ਹੱਥ ਵੀ ਹਥਿਆਰ ਆ ਜੀ। ਤੇ ਜਿਹੜੇ ਕਾਮਾ ਰੌਲੀ ਪਾਈ ਹੈ ਉਹ ਮੈਨੂੰ ਨਹੀਂ ਪਤਾ ਵੀ ਕਿਉਂ ਲੋਕ ਇੱਦਾਂ, ਇੱਕ ਮੀਡੀਆ ਨੇ ਤਾਂ ਹੱਦ ਹੀ ਕਰਤੀ। 1.5-2 ਘੰਟੇ ਦਾ ਪ੍ਰੋਗਰਾਮ ਵੀ ਚਲਾਤਾ, ਲੱਲੀ ਛੱਲੀ ਨੂੰ ਬਿਠਾ ਕੇ ਮਾਹੌਲ ਖਰਾਬ ਹੋ ਗਿਆ, ਫਲਾਣਾ ਹੋ ਗਿਆ। ਹੁਣ ਜਦੋਂ ਮਾਣਯੋਗ ਦੇਸ਼ ਦੀ ਸੁਪਰੀਮ ਕੋਰਟ ਇੱਕ ਹੱਥ ਨੂੰ ਹਥਿਆਰ ਕਹਿ ਰਹੀ ਆ, ਠੀਕ ਹੈ, ਫਿਰ ਰੌਲਾ ਕਾਹਦਾ ਹੈ? ਕਿਸ ਚੀਜ਼ ਦਾ ਰੌਲਾ? ਲਾਠੀ, ਕੁਤਕਾ ਕਹਿ ਲਓ, ਆਪਣੇ ਇੱਧਰਲੇ ਪਾਸੇ ਕੁਤਕਾ ਨਹੀਂ ਹੁੰਦਾ, ਦੂਜਾ ਉਹ ਦਾਤ ਕਹਿੰਦੇ ਜਿਹਨੂੰ ਆਪਾਂ, ਉਹ ਸਾਊਥ ਵਾਲੀ ਸਾਈਡ ਜ਼ਿਆਦਾ ਚੱਲਦਾ। ਤੇ ਜਿਹੜੇ ਖੇਤੀਬਾੜੀ ਦੇ ਸੰਦ ਨੇ, ਕਹੀ ਹੈ ਜੀ, ਤੌਂਗਲੀ ਆ, ਠੀਕ ਹੈ, ਜਾਂ ਮੈਂ ਕਹਿੰਦਾ ਮੰਜੇ ਦਾ ਪਾਵਾ ਤੱਕ, ਠੀਕ ਹੈ, ਕ੍ਰਿਕਟ ਦੇ ਖੇਡ ਦੇ ਵਿੱਚ ਵਿਕਟ ਤੱਕ, ਠੀਕ ਹੈ, ਬਾਲ ਵੀ ਕਈ ਵਾਰ ਹਥਿਆਰ ਬਣ ਜਾਂਦੀ ਹੈ, ਮੁੱਕੇਬਾਜ਼ ਦਾ ਮੁੱਕਾ ਵੀ ਹਥਿਆਰ ਹੀ ਇੱਕ ਤਰ੍ਹਾਂ ਦਾ। ਇਹਨੂੰ ਤੁਸੀਂ ਕਿਵੇਂ ਅਲੱਗ ਕਰ ਸਕਦੇ ਹੋ ਆਪਣੇ ਜੀਵਨ ਤੋਂ? ਮੈਨੂੰ ਨਹੀਂ ਪਤਾ ਕੌਣ ਇਹ ਗੱਲ ਕਰਦਾ ਕਿ ਹਥਿਆਰ ਔਰ ਜੀਵਨ ਦਾ ਸੰਬੰਧ ਨਹੀਂ ਹੈਗਾ। ਉਹ ਤਾਂ ਜਿੱਥੇ ਮੈਂ ਕਹਿੰਦਾ ਇੱਕ ਕਹਾਵਤ ਨਹੀਂ ਸੁਣੀ ਦੇਖੀ ਤੁਸੀਂ, ਬੱਚੇ ਵੇਲੇ ਦੇ ਆਪਾਂ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਸਭ ਤੋਂ ਵੱਡਾ ਮੌਕੇ ਦਾ ਹਥਿਆਰ ਕੀ ਹੁੰਦਾ? ਜਿਹੜਾ ਟਾਈਮ ਤੇ ਕੰਮ ਆ ਜੇ, ਚਾਹੇ ਰੋੜਾ ਹੀ ਆ, ਆਪਾਂ ਚੱਕ ਕੇ ਰੋੜਾ ਕੁੱਤੇ ਦੇ ਮਾਰਦੇ ਹਾਂ, ਹਥਿਆਰ ਹੀ ਹੁੰਦਾ ਇੱਕ ਤਰ੍ਹਾਂ ਦਾ, ਠੀਕ ਹੈ। ਤੇ ਉਹ ਚੀਜ਼ਾਂ ਨੂੰ ਕਿਸੇ ਆਪਣੇ ਨੁਕਸਾਨ ਤੋਂ ਬਚਣ ਦੇ ਲਈ ਜੇ ਕੋਈ ਉਪਾਅ ਵੀ ਕਰ ਰਿਹਾ ਬੰਦਾ, ਚਾਹੇ ਉਹ ਕੋਈ ਪੱਥਰ ਇੱਟ ਪੱਥਰ ਨਾਲ ਕਰ ਰਿਹਾ, ਚਾਹੇ ਕਿਸੇ ਹੋਰ ਡੰਡੇ ਨਾਲ ਕਰ ਰਿਹਾ, ਜਾਂ ਸੋਟੀ ਨਾਲ ਕਰ ਰਿਹਾ, ਜਾਂ ਕਿਸੇ ਹੋਰ ਲਾਇਸੈਂਸੀ ਹਥਿਆਰ ਨਾਲ ਕਰ ਰਿਹਾ, ਉਹ ਹਥਿਆਰ ਬਣ ਹੀ ਜਾਂਦਾ ਹੈ ਜੀ।
ਠੀਕ ਹੈ ਨਾ। ਇੱਥੇ ਤੱਕ ਕਿ ਸਿਆਣੇ ਪੜ੍ਹੇ ਲਿਖੇ ਬੰਦੇ ਉਹ ਇੱਕ ਤਾਂ ਅਕਲ ਨੂੰ, ਦਿਮਾਗ ਜਦੋਂ ਵਰਤਦਾ ਬੰਦਾ ਉਹਨੂੰ ਵੀ ਹਥਿਆਰ ਕਹਿੰਦੇ ਆ। ਇੱਕ ਸਭ ਤੋਂ ਵੱਡਾ ਹਥਿਆਰ ਕਲਮ ਕਹਿੰਦੇ ਆ, ਜਿਹੜਾ ਕ੍ਰਾਂਤੀ ਲਿਆ ਦਿੰਦਾ ਹੈ, ਤਖਤੇ ਪਲਟ ਦਿੰਦਾ ਹੈ, ਠੀਕ ਹੈ। ਹੁਣ ਇਹ ਗੱਲਾਂ ਮਤਲਬ ਕਹਿ ਲਓ ਕਿ ਮੀਡੀਆ ਦਾ ਰੋਲ ਹੈ ਜਿਹੜਾ, ਮੇਰੇ ਖਿਆਲ ਉਹ ਬੜਾ ਨਕਾਰਾਤਮਕ ਦੇਖਿਆ ਮੈਂ ਇਸ ਮਾਮਲੇ ਦੇ ਵਿੱਚ, ਕਿ ਉਹਨਾਂ ਨੇ ਭਾਈਚਾਰੇ ਨੂੰ ਜੋੜਤਾ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ? ਉਹ ਐਂ ਵੀ ਹੋ ਸਕਦਾ ਨਾ ਕਿ ਉਹਨਾਂ ਦੀ ਜਾਣਕਾਰੀ ਹੈ, ਜੋ ਸਮਝ ਹੈ, ਉਹ ਇੱਕ ਸੀਮਤ ਦਾਇਰੇ ਦੇ ਵਿੱਚ ਕੰਮ ਕਰ ਰਹੀ ਹੋਵੇ। ਜੇ ਹਥਿਆਰ ਦੀ ਗੱਲ ਕਰਦੇ ਆ, ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਗਨ ਆਉਂਦੀ ਹੈ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ। ਨਹੀਂ, ਮੈਂ ਇਸ ਗੱਲ ਨਾਲ ਤੁਹਾਡੇ ਨਾਲ ਕਾਫੀ ਹੱਦ ਤੱਕ ਸਹਿਮਤ ਵੀ ਹੈਗਾ, ਪਰ ਇਹ ਤੋਂ ਇੱਕ ਗੱਲ ਪਰੇ ਹੋਰ ਵੀ ਹੈਗੀ ਹੈ ਕਿ ਇਸ ਹਥਿਆਰ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਕੁਝ ਮੀਡੀਆ ਜਿਹੜੇ ਹੈਗੇ ਨੇ, ਉਹ ਹੱਥਾਂ 'ਚ ਖੇਡ ਰਹੇ ਨੇ ਪੋਲੀਟੀਸ਼ੀਅਨਾਂ ਦੀ। ਉਹਨਾਂ ਨੂੰ ਪਤਾ ਹੈ ਕਿ ਜੇ ਹੁਣ ਪਾੜ ਪਾਉਣਾ ਹੈ, ਆਪਸੀ ਸਾਂਝ ਨੂੰ ਘਟਾਉਣਾ ਹੈ, ਦਫਾੜ ਕਰਨਾ ਹੈ, ਸਮਾਜ ਦੇ ਵਿੱਚ ਵੰਡੀਆਂ ਪਾਣੀਆਂ ਨੇ, ਡਰ ਦਾ ਮਾਹੌਲ ਪੈਦਾ ਕਰਨਾ ਹੈ, ਠੀਕ ਹੈ, ਤਾਂ ਚੋਣਾਂ ਆ ਰਹੀਆਂ ਨੇ ਨੇੜੇ, ਆਹ ਕਰੋ, ਹੁਣ ਚੱਕ ਲਓ ਇਸ ਗੱਲ ਨੂੰ। ਉਹ ਸਿਰਫ ਪੁਆਇੰਟ ਦੇਖ ਰਹੇ ਨੇ। ਪੋਲੀਟੀਸ਼ੀਅਨ ਬੰਦੇ, ਪੋਲੀਟੀਕਲ ਪਾਰਟੀਆਂ ਇਹ ਪੁਆਇੰਟਾਂ ਨੂੰ ਦੇਖ ਕੇ ਆਪਣੇ ਜਿਹੜੇ ਚਮਚੇ ਨੇ ਉਹਨਾਂ ਦੇ ਮੀਡੀਆ, ਉਹਨਾਂ ਨੂੰ ਇਸ ਤਰ੍ਹਾਂ ਦੀ ਖਬਰਾਂ ਫੈਲਾਉਣ ਵਾਸਤੇ ਅੱਗੇ ਭੇਜ ਰਹੇ ਨੇ ਕਿ ਆਹ ਗੱਲ ਆ ਗਈ, ਬਿਆਨ ਆ ਗਿਆ, ਚੱਕੋ ਇਸ ਨੂੰ, ਇੱਦਾਂ ਸਪਰੈਡ ਕਰੋ ਵੀ ਇੱਕ ਭਾਈਚਾਰਾ ਜਿਹੜਾ ਗੁਰਜਿੰਦਰ ਜੀ ਉਹ ਡਰ ਜੇ, ਡਰ ਦਾ ਮਾਹੌਲ ਪੈਦਾ ਹੋ ਜੇ ਤੇ ਚੋਣਾਂ ਦੇ ਲਈ ਗਰਾਊਂਡ ਤਿਆਰ ਹੋ ਜੇ। ਇਹ ਇਸ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਆ ਉਹ ਸਾਹਮਣੇ ਲਿਆ ਕੇ ਲੋਕਾਂ ਦੇ ਵਿੱਚ ਸਪਰੈਡ ਕਰੇ ਜਾਂਦੇ ਆ, ਦੂਜੀ ਕਮਿਊਨਿਟੀਆਂ ਦੇ ਵਿੱਚ ਸਪਰੈਡ ਕੀਤੇ ਜਾਂਦੇ ਆ। ਇੱਕ ਕਮਿਊਨਿਟੀ ਨੂੰ ਧਿਰ ਬਣਾ ਲਿਆ ਜਾਂਦਾ ਕਿ ਇਸ ਕਮਿਊਨਿਟੀ ਦੇ ਵੱਲੋਂ ਇਹ ਚੀਜ਼ ਦਿੱਤੀ ਗਈ ਹੈ। ਹਾਲਾਂਕਿ ਜੇ ਆਪਾਂ ਗੱਲ ਕਰੀਏ, ਹਥਿਆਰ ਤਾਂ ਮੈਂ ਤਾਂ ਕਹਿੰਦਾ ਹਰ ਇੱਕ ਘਰ 'ਚ ਪਿਆ, ਚਾਹੇ ਉਹ ਕਿਸੇ ਵੀ ਕੌਮ ਦਾ ਘਰ ਹੈ, ਚਾਹੇ ਕਿਸੇ ਜਾਤ ਵਾਲੇ ਬੰਦੇ ਦਾ ਘਰ ਹੈ, ਚਾਹੇ ਕੋਈ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਜਿਹੜਾ ਵੀ ਹੈਗਾ, ਉਹਨਾਂ ਦੇ ਘਰੇ ਹਥਿਆਰ ਤਾਂ ਹੈਗਾ ਹੀ ਹੈ। ਕੋਈ ਹਥਿਆਰ ਹੋਵੇ, ਠੀਕ ਹੈ ਨਾ, ਉਹ ਵਰਤਿਆ ਜਾਂਦਾ ਜਦੋਂ, ਉਦੋਂ ਹਥਿਆਰ ਬਣਦੀ ਉਹ ਚੀਜ਼, ਠੀਕ ਹੈ। ਜਦੋਂ ਸਿੱਖ ਕੌਮ ਦੀ ਗੱਲ ਕਰਦੇ ਤਾਂ ਸਿੱਖਾਂ ਕੋਲ ਤਾਂ ਪਹਿਲਾਂ ਹੀ ਲੜਾਈਆਂ, ਜੰਗਾਂ, ਜ਼ੁਲਮ ਦੇ ਖਿਲਾਫ ਲੜੀਆਂ ਨੇ, ਤੇ ਹਥਿਆਰ ਰੱਖਣ ਦੀ ਤਾਕੀਦ ਵੀ ਹੈਗੀ ਹੈ, ਤੇ ਰੱਖ ਵੀ ਲੈਂਦੇ ਨੇ, ਉਹ ਰੱਖਦੇ ਵੀ ਨੇ। ਬਿਲਕੁਲ। ਜਦੋਂ ਮੈਂ ਕਹਿੰਦਾ ਕਿ ਹਰ ਇੱਕ ਘਰ 'ਚ ਪਿਆ, ਤਾਂ ਕੀ ਸਿੱਖ ਕੌਮ ਨਾਲ ਉਹ ਤਾਂ ਕੋਈ ਸੰਬੰਧਿਤ ਹੀ ਨਹੀਂ। ਜਦੋਂ ਜ਼ੁਲਮ ਕਰਦਾ ਬੰਦਾ, ਉਹ ਕਿਹੜਾ ਨਿਹੱਥਾ ਹੁੰਦਾ ਜੀ। ਜਦੋਂ ਕੋਈ ਚੜ੍ਹਾਈ ਕਰਕੇ ਆਉਂਦਾ, ਕਿਸੇ ਦੇ ਘਰੇ ਵੀ ਜਾਂਦਾ ਲੜਨ, ਕੋਈ ਆਪਸ ਵਿੱਚ ਬਾਹਰ ਹੀ ਲੜ ਪੈਂਦੇ ਨੇ, ਚੱਪਲ ਵੀ ਕੱਢ ਲਵੇ ਬੰਦਾ, ਬੂਟ ਕੱਢ ਲਵੇ, ਆਪਣੀ ਜੁੱਤੀ ਕੱਢ ਲਵੇ ਜੀ, ਉਹ ਵੀ ਹਥਿਆਰ ਬਣ ਜਾਂਦੀ ਹੈ, ਠੀਕ ਹੈ ਨਾ। ਤੇ ਜਦੋਂ ਕੋਈ ਅਟੈਕਿੰਗ ਮੋਡ 'ਚ ਹੁੰਦਾ ਹੈ, ਜਦੋਂ ਕਿਸੇ ਤੇ ਹਮਲਾ ਕਰ ਰਿਹਾ ਹੁੰਦਾ, ਜਦੋਂ ਕਿਸੇ ਤੇ ਕੋਈ ਜ਼ੁਲਮ ਕਰ ਰਿਹਾ ਹੁੰਦਾ ਹੈ, ਚਾਹੇ ਮਾਨਸਿਕ ਤੌਰ ਤੇ ਹੈ, ਚਾਹੇ ਸਰੀਰਕ ਤੌਰ ਤੇ ਜ਼ੁਲਮ ਕਰ ਰਿਹਾ, ਤਾਂ ਇੱਕ ਬੰਦਾ ਜਿਹੜਾ ਜ਼ੁਲਮ ਕਰਨ ਵਾਲਾ ਹੁੰਦਾ, ਉਹ ਕਦੇ ਵੀ ਨਿਹੱਥਾ ਨਹੀਂ ਹੁੰਦਾ। ਫਿਰ ਤੁਸੀਂ ਕਿਵੇਂ ਕਹਿ ਦੋਗੇ ਕਿ ਇਹਨੂੰ ਕਿਵੇਂ ਤੁਸੀਂ ਸਿੱਖ ਕੌਮ ਨਾਲ ਇਕੱਲੀ ਨਾਲ ਜੋੜ ਕੇ ਦੇਖ ਲਓਗੇ ਵੀ। ਮਾਡਰਨ ਵੈਪਨ ਰੱਖਣ ਦੀ ਜੇ ਗੱਲ ਕੀਤੀ ਆ ਕਾਰਜਕਾਰੀ ਜਥੇਦਾਰ ਹੋਰਾਂ ਨੇ, ਤਾਂ ਜ਼ਰੂਰੀ ਤਾਂ ਨਹੀਂ ਕਿ ਉਹ ਕਿਸੇ ਭਾਈਚਾਰੇ ਦੇ ਖਿਲਾਫ ਭੜਕਾ ਰਿਹਾ ਹੋਵੇ ਬੰਦਾ। ਅੱਜ ਮਾਹੌਲ ਦੁਨੀਆ ਤੇ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ, ਮਹਿੰਗਾਈ ਇੰਨੀ ਜ਼ਿਆਦਾ, ਰੁਜ਼ਗਾਰ ਹੈ ਨਹੀਂ, ਸ਼ਰਾਰਤੀ ਨਸ਼ੇੜੀ ਕੁਝ ਬੰਦੇ ਇੱਦਾਂ ਦੇ ਹੈ ਨੇ, ਬਹੁਤ ਸਾਰੇ ਬੰਦੇ ਨੇ ਇੱਦਾਂ ਦੇ, ਆਪ ਹੀ ਸਾਰੇ ਮੰਨਦੇ ਨੇ, ਸਾਰੀਆਂ ਪੋਲੀਟੀਸ਼ੀਅਨ ਜਿਹੜੇ ਬੰਦੇ ਨੇ, ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਮੰਨਦੀਆਂ ਨੇ। ਕਿਸੇ ਦੀ ਚੈਨੀ ਖੋਲੀ, ਕਿਸੇ ਦਾ ਮੋਟਰਸਾਈਕਲ ਖੋਲਿਆ, ਕੋਈ ਚੋਰੀ ਕਰ ਗਿਆ, ਕੋਈ ਹਥਿਆਰ ਦੀ ਨੋਕ ਤੇ ਕੁਝ ਖੋਲ ਗਿਆ, ਕੋਈ ਨਗਦੀ ਖੋਲ ਗਿਆ, ਗੱਡੀਆਂ ਲੁੱਟਾਂ ਹੁੰਦੀਆਂ। ਉਹ ਜਦੋਂ ਕੋਈ ਹਥਿਆਰ ਕੋਲ ਹੁੰਦਾ ਤਾਂ ਦੂਜੇ ਨੂੰ ਭੈ ਵੀ ਹੁੰਦਾ ਹੈ, ਉਹ ਆਪਣੇ ਜਾਨ ਮਾਲ ਦੀ ਰੱਖਿਆ ਕਰ ਰਿਹਾ ਹੁੰਦਾ ਨਾ, ਤੇ ਉਹ ਬਚ ਸਕਦਾ ਉਸ ਐਸੀ ਲੁੱਟ ਖੋਹ ਤੋਂ, ਐਸੀ ਵਾਰਦਾਤ ਤੋਂ ਜਿਹਦੇ ਨਾਲ ਉਹਨੂੰ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੋਵੇ। ਉਹਦੇ ਸੰਦਰਭ ਵਿੱਚ ਵੀ ਤਾਂ ਹੈਗਾ। ਇਹ ਤਾਂ ਨਹੀਂ ਹੈਗਾ ਕਿ ਬਈ ਤੁਸੀਂ ਜੇ ਅੱਜ ਗੱਲ ਕਰਤੀ ਨੇ ਵੈਪਨ, ਮਾਡਰਨ ਵੈਪਨ ਰੱਖਣ ਦੀ ਕਾਰਜਕਾਰੀ ਜਥੇਦਾਰ ਨੇ, ਤੇ ਤੁਸੀਂ ਕਹਿ ਦਿਓ ਕਿ ਮਾਡਰਨ ਵੈਪਨ ਨਹੀਂ, ਲਾਠੀ ਹਥਿਆਰ ਮੰਨੇ ਤੇ ਤਾਂ ਲਾਠੀ ਰੱਖੇ, ਅਗਲਾ ਬੰਦੂਕ ਤਾਂ ਨਹੀਂ ਖੜਾ ਹੋਵੇ ਤੇ ਲਾਠੀ ਨਹੀਂ ਖੜਾ ਹੋਵੇ ਬੰਦਾ। ਇਹ ਕੋਈ ਗੱਲ ਆ ਜੀ? ਇਹ ਤਾਂ ਨਹੀਂ ਗੱਲ ਬਣਦੀ। ਤਾਂ ਉਹਨਾਂ ਉਸ ਸੰਦਰਭ ਵਿੱਚ ਵੀ ਦੇਖਣਾ ਚਾਹੀਦਾ। ਤੀਜੀ ਗੱਲ ਜਿਹੜੀ ਮੇਨ ਗੱਲ ਆ ਵੀ ਜਿਹੜਾ ਰੌਲਾ ਪਾਉਣ ਵਾਲੇ ਬੰਦੇ ਨੇ, ਉਹ ਇਹ ਦੱਸਣ ਕਿ ਭਾਈ ਸੰਵਿਧਾਨਕ ਤੌਰ ਤੇ ਹੱਕ ਮਿਲਿਆ ਹੋਇਆ ਹੈ, ਬਕਾਇਦਾ ਤੌਰ ਤੇ ਲਾ ਬਣਿਆ ਹੋਇਆ, ਐਕਟ ਬਣਿਆ ਹੋਇਆ ਹੈ 1959 ਐਕਟ, ਜਿਹੜਾ 1878 ਜਿਹਦੀ ਥਾਂ ਲਈ ਹੈ 1959 ਐਕਟ ਬਣਿਆ, ਸੰਸਦ ਦਾ ਕਾਨੂੰਨ ਹੈ ਇਹ, ਠੀਕ ਹੈ। ਉਹਦੇ ਵਿੱਚ ਸਜ਼ਾ ਦਾ ਵੀ ਜੇ ਹੈਗਾ ਤਾਂ ਸੈਕਸ਼ਨ 25 ਹੈ, 54 ਆ, ਬਥੇਰਾ ਕੁਛ ਉਹਦੇ 'ਚ, ਉਹਨੂੰ ਪੜ੍ਹੋ। ਜਦੋਂ ਸੰਵਿਧਾਨ ਅਧਿਕਾਰ ਦੇ ਰਿਹਾ
ਫਿਰ ਆਹ ਰੌਲਾ ਪਾਉਣ ਵਾਲੇ ਕੌਣ ਨੇ? ਬੇਵਜ੍ਹਾ ਰੌਲਾ ਨਹੀਂ ਲੱਗਦਾ ਤੁਹਾਨੂੰ? ਜੀ ਟੀਵੀ ਦੇ ਉੱਤੇ ਡਿਬੇਟਾਂ ਕਰ ਦੇਣੀਆਂ, ਬੰਦੇ ਖੜੇ ਕਰ ਦੇਣੇ, ਤੇ ਉਹ ਬੰਦੇ ਬੋਲ ਪਤਾ ਕੀ ਰਹੇ ਨੇ ਵੀ ਆਹ ਹੋ ਜੂ, ਐ ਹੋ ਜੂ, ਇਹ ਤਾਂ ਗ੍ਰਹਿ ਯੁੱਧ ਹੋ ਜੂਗਾ ਜੀ। ਦੱਸੋ, ਜਿਹੜੇ ਬੰਦੇ ਐਂ ਬੋਲ ਰਹੇ ਨੇ ਉਹਨਾਂ ਨੂੰ ਪੁੱਛੋ ਤੁਹਾਡੇ ਕੋਲ ਹਥਿਆਰ ਨਹੀਂ, ਤੁਸੀਂ ਕਿਹੜੇ ਗ੍ਰਹਿ ਯੁੱਧ ਛੇੜਦੇ ਬਈ? ਬਿਲਕੁਲ। ਜਦੋਂ ਤੁਸੀਂ ਬੋਡੀਗਾਰਡ ਲੈ ਕੇ ਨਾਲ ਤੁਰਦੇ ਹੋ, ਉਹ ਗ੍ਰਹਿ ਯੁੱਧ ਛੇੜਨ ਜਾ ਰਹੇ ਹੋ। ਕਾਹਦੇ ਲਈ ਨਾਲ ਰੱਖੀ ਫਿਰਦੇ ਹੋ ਜੀ? ਉਹ ਵੀ ਤਾਂ ਸੰਵਿਧਾਨਕ ਤੌਰ ਤੇ ਤੁਹਾਡਾ ਅਧਿਕਾਰ ਹੈ, ਤੁਹਾਨੂੰ ਰੱਖਿਆ ਵਾਸਤੇ ਇੱਕ ਹੱਕ ਦੇਤਾ, ਕਾਨੂੰਨੀ ਤੌਰ ਤੇ ਆ। ਤੇ ਜੇ ਲਾਇਸੈਂਸ ਦੇ ਰਹੀ ਹੈ ਸਰਕਾਰ, ਦੇ ਰਹੀ ਹੈ, ਕੋਰਟ ਕਹਿੰਦੀ ਹੈ, ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ, ਫਿਰ ਤੁਸੀਂ ਕੌਣ ਹੁੰਦੇ ਰੌਲਾ ਪਾਉਣ ਵਾਲੇ? ਬਿਨਾਂ ਗੱਲ ਤੋਂ ਰੌਲਾ ਪਾ ਕੇ ਆਪਸੀ ਭਾਈਚਾਰੇ ਨੂੰ ਜਿਹੜੇ ਹੈ ਵੰਡਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਅਲੱਗ-ਅਲੱਗ ਪੋਲੀਟੀਕਲ ਬੰਦਿਆਂ ਦੇ ਵੀ ਪ੍ਰਤੀਕਰਮ ਆਏ ਨੇ। ਸੁਖਜਿੰਦਰ ਰੰਧਾਵਾ ਹੋਰੀ ਬੋਲਦੇ ਨੇ, ਕਹਿੰਦੇ ਕਿ ਸਪਸ਼ਟ ਕਰ ਦੇਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਕਹਿਣਾ ਕੀ ਚਾਹੁੰਦੇ ਨੇ। ਉਸ ਤੋਂ ਬਾਅਦ ਜਿਵੇਂ ਹਰਜੀਤ ਗਰੇਵਾਲ ਬੋਲੇ ਨੇ, ਮਨਜਿੰਦਰ ਬਿੱਟਾ ਭਾਜਪਾ ਦੇ ਲੀਡਰ ਬੋਲੇ ਨੇ, ਉਹੀ ਜੋ ਗੱਲ ਤੁਸੀਂ ਪਹਿਲਾਂ ਕਰਕੇ ਹਟਿਓ ਕਿ ਫਿਰ ਬੇਲੋੜਾ ਰੌਲਾ ਕਾਹਦਾ? ਦੇਖੋ, ਮੈਂ ਗੱਲ ਕਰਦਾ, ਚਾਹੇ ਪੋਲੀਟੀਸ਼ੀਅਨ ਕੋਈ ਵੀ ਬੋਲਿਆ, ਭਾਜਪਾ ਦੇ ਬੋਲੇ ਨੇ, ਹਰਜੀਤ ਗਰੇਵਾਲ ਹੋਰਾਂ ਨੇ ਬੋਲਿਆ ਵੀ ਇਹ ਤਾਂ ਗ੍ਰਹਿ ਯੁੱਧ ਹੋ ਜਾਊਗਾ ਜੀ, ਇਹੋ ਜਿਹਾ ਬਿਆਨ ਦੇਣਾ ਨਹੀਂ ਚਾਹੀਦਾ ਜੀ। ਵਿਜੇ ਭਾਰਦਵਾਜ ਕੋਈ ਭਾਜਪਾ ਦਾ ਹੈਗਾ, ਉਹਨਾਂ ਨੇ ਵੀ ਇਸ ਤਰ੍ਹਾਂ ਬੋਲਿਆ। ਉਹ ਤਾਂ ਕਹਿੰਦੇ ਕਿ ਇੱਕ ਮੰਦਿਰ ਦੇ ਉੱਤੇ ਅਟੈਕ ਕਰਤਾ ਜੀ ਖਾਲਿਸਤਾਨੀਆਂ ਨੇ ਜੀ, ਦੱਸੋ, ਠੀਕ ਹੈ। ਤੇ ਮਨਿੰਦਰਜੀਤ ਬਿੱਟਾ ਜਿਹੜਾ ਹੈਗੇ ਆ, ਉਹ ਵੀ ਬੋਲੇ ਨੇ ਕਿ ਭਾਈਚਾਰਾ ਇਹ ਤਾਂ ਆਪਸ ਵਿੱਚ ਬਣੇ ਹੋਏ, ਇੱਦਾਂ ਦੇ ਬਿਆਨ ਗੁਰੇਜ਼ ਕਰਨੇ ਚਾਹੀਦੇ ਨੇ, ਇਹ ਹਥਿਆਰਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਠੀਕ ਹੈ। ਭਾਜਪਾ ਕਹਿ ਰਹੀ ਹੈ, ਭਾਜਪਾ ਦੇ ਸਭ ਤੋਂ ਵੱਧ ਰੌਲਾ ਪਾ ਰਹੇ ਨੇ ਕਿ ਆਹ ਗੱਲ, ਜਦੋਂ ਤੁਹਾਡੇ ਭਾਜਪਾ ਨੂੰ ਪੁੱਛਿਆ ਜਾਵੇ, ਜਦੋਂ ਤੁਹਾਡੇ ਬੰਦੇ ਆ ਤੋਗੜੀਏ ਦੀ ਗੱਲ ਕਰੇ, ਤਰਸ਼ੂਲ ਲੈ ਕੇ ਫਿਰਦਾ ਜੀ, ਮਾਰਚ ਕੱਢਿਆ ਸੀ, ਆ ਮੋਗੇ ਦੇ ਵਿੱਚ ਰਿਵਾਲਵਰਾਂ ਲੈ ਕੇ ਮਾਰਚ ਕੱਢਿਆ ਸੀਗਾ, ਇਹ ਗੱਲਾਂ ਕੌਣ ਕਰਦਾ ਹੈ? ਤੁਸੀਂ ਭੜਕਾਉਂਦੇ ਹੋ। ਹਥਿਆਰ ਅੱਜ ਦੇ ਨੇ, ਅੱਜ ਦੇ ਤਾਂ ਨਹੀਂ ਹਥਿਆਰ ਤਾਂ ਜੀ। ਨਾਲੇ ਜਦੋਂ ਇਲੀਗਲ ਹਥਿਆਰ ਰੱਖਦਾ ਬੰਦਾ ਤਾਂ ਉਹਦੇ ਵਾਸਤੇ ਕਾਨੂੰਨ ਬਣਿਆ ਹੈ, ਉਹਨੂੰ ਸਜ਼ਾ ਆ ਜੀ। ਲਾਇਸੈਂਸੀ ਅਧਿਕਾਰ ਦਾ ਤੁਹਾਨੂੰ ਸੁਪਰੀਮ ਕੋਰਟ ਕਾਨੂੰਨ ਕਹਿ ਰਿਹਾ ਭਾਈ ਲਾਇਸੈਂਸ ਲਓ, ਹਥਿਆਰ ਪੁਲਿਸ ਦੱਸਦੀ ਹੈ ਕਿ ਇਹਨੂੰ ਲੋੜ ਹੈ ਜਾਂ ਨਹੀਂ ਹੈਗੀ। ਨਾਲੇ ਜਿਹੜਾ ਲਾਇਸੈਂਸ ਦੇਣਾ ਹੈ ਉਹ ਇੱਕ ਪ੍ਰੋਸੈਸ ਹੈ, ਉਸ ਨੂੰ ਲੰਘਣਾ ਪੈਂਦਾ, ਅਡਾਪਟ ਕਰਨਾ ਪੈਂਦਾ, ਤੇ ਉਹ ਦੇਖਦੇ ਨੇ ਕਿ ਇਹਨੂੰ ਲੋੜ ਹੈ ਜਾਂ ਨਹੀਂ ਹੈ। ਜੇ ਕਾਰਜਕਾਰੀ ਜਥੇਦਾਰ ਸਾਹਿਬ ਉਹਨਾਂ ਨੇ ਲਾਇਸੈਂਸ ਦੀ ਗੱਲ ਕੀਤੀ ਆ, ਲਾਇਸੈਂਸੀ ਹਥਿਆਰ ਮਾਡਰਨ, ਤੇ ਉਹ ਦੇਣਾ ਸਰਕਾਰ ਦਾ ਜਾਂ ਪੁਲਿਸ ਦਾ ਕੰਮ ਹੈ, ਠੀਕ ਹੈ। ਉਹ ਦੇਖੇਗੀ, ਉਹ ਦੇਖ ਕੇ ਦੇਏਗੀ, ਜਿਹਨੂੰ ਲੋੜ ਹੈ ਤਾਂ ਦੇਏਗੀ। ਦਿੱਤੇ ਵੀ ਹੋਏ ਆ, ਜਿਨ੍ਹਾਂ ਕੋਲ ਹੈਗੇ ਨੇ ਕਿ ਉਹਨਾਂ ਨੇ ਗ੍ਰਹਿ ਯੁੱਧ ਛੇੜ ਲਿਆ, ਜਾਂ ਜਿਨ੍ਹਾਂ ਕੋਲ ਹੈਗੇ ਨੇ ਕਿ ਉਹ ਇਕੱਲੇ ਹਿੰਦੂਆਂ ਕੋਲ ਨੇ, ਜਾਂ ਇਕੱਲੇ ਸਿੱਖਾਂ ਕੋਲ ਨੇ, ਜਾਂ ਇਕੱਲੇ ਮੁਸਲਮਾਨਾਂ ਕੋਲ ਨੇ। ਇਹ ਮਤਲਬ ਇੱਕ ਉਹਨਾਂ ਨੇ ਪਾੜ ਪਾਉਣ ਦੀ ਬਣਾ ਲਈ, ਰਵਾਇਤ ਬਣਾ ਲਿਆ, ਇਸ ਬਿਆਨ ਨੂੰ ਐ ਚੱਕ ਲਿਆ ਕਿ ਇਹਦਾ ਬਸ ਖਤਰਾ ਪੈਦਾ ਹੋ ਜਾਊਗਾ ਜੀ। ਇੱਕ ਬੰਦਾ, ਮੈਂ ਭਾਜਪਾ ਦਾ ਪਤਾ ਨਹੀਂ ਕੌਣ, ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਜੀ 1980, ਕਹਿੰਦਾ ਮੈਂ ਹਿੰਦੂਆਂ ਨੂੰ ਕਹਿਣਾ ਵੀ ਹਿੰਦੂ ਵੀਰਾਂ ਨੂੰ ਕਹਿੰਦਾ ਹਥਿਆਰ ਲਓ ਜੀ, 1980 ਵਾਲੀ ਗੱਲ ਨਾ ਹੋ ਜਾਏ ਤੁਹਾਡੇ ਘਰਾਂ 'ਚ ਅੰਦਰ ਵੜ ਕੇ। ਉਹ ਕਿਉਂ ਭੜਕਾਉਂਦੇ ਹੋ ਲੋਕਾਂ ਨੂੰ? ਛੋਟੀ ਜੀ ਗੱਲ ਹੈ ਇਹ, ਜਿਸ ਕੋਲ ਹੈਗਾ ਕਪੈਸਿਟੀ ਹੈਗੀ ਹੈ ਲੈ ਲੂ। ਉਹ ਵੀ ਕਾਨੂੰਨੀ ਪ੍ਰਕਿਰਿਆ ਅਡਾਪਟ ਕਰਕੇ ਅਪਣਾ ਕੇ। ਜਿਹਦੇ ਕੋਲ ਕਪੈਸਿਟੀ ਨਹੀਂ ਹੈਗੀ ਉਹਨੇ ਨਹੀਂ ਲੈਣਾ, ਜਿਹਨਾਂ ਕੋਲ ਹੈਗੀ ਆ ਆਲਰੇਡੀ ਰੱਖੇ ਬੈਠੇ ਨੇ ਹਥਿਆਰ। ਬਿਲਕੁਲ। ਜੇ ਅੱਜ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਜਥੇਦਾਰ ਉਹਨਾਂ ਨੇ ਇੱਦਾਂ ਦਾ ਬਿਆਨ ਦਿੱਤਾ ਹੋ ਕਿ ਹਾਂ ਕਿਸੇ ਖਾਸ ਕਮਿਊਨਿਟੀ ਤੋਂ ਡਰ ਹੈ ਜਾਂ ਕਿਸੇ। ਮੈਂ ਇਸ ਗੱਲ ਨੂੰ ਇੱਦਾਂ ਲੈ ਰਿਹਾ ਕਿ ਹਥਿਆਰ ਹਰ ਇੱਕ ਦੇ ਲਈ ਜੇ ਜ਼ਰੂਰੀ ਹੈਗਾ ਤਾਂ ਉਹ ਇਸ ਕਰਕੇ ਹੈ ਕਿ ਅੱਜ ਲੁੱਟਾਂ ਖੋਹਾਂ ਜਾਂ ਜਾਨ ਮਾਲ ਦੀ ਰੱਖਿਆ ਵਾਸਤੇ ਜ਼ਰੂਰੀ ਚੀਜ਼ ਬਣ ਰਹੀ ਹੈ, ਠੀਕ ਹੈ। ਕੁਝ ਚਾਰ ਨਸ਼ੇੜੀ ਇਕੱਠੇ ਹੋ ਕੇ ਆ ਜਾਂਦੇ ਆ, ਜੇ ਉਹ ਫੜ ਲੈਂਦੇ ਆ, ਨਾਲ ਤਾਂ ਖੋਹ ਲੈ ਜਾਂਦੇ ਸਮਾਨ, ਨਾਲੇ ਬੰਦਾ ਮਾਰ ਜਾਂਦੇ ਆ। ਜੇ ਬੰਦੇ ਕੋਲ ਕੋਈ ਵੀ ਹਥਿਆਰ ਹੁੰਦਾ ਤਾਂ ਉਹ ਘੱਟੋ ਘੱਟ ਡਰਨਗੇ ਤਾਂ ਸਹੀ, ਬੰਦੇ ਨੂੰ ਜਾਨ ਤੋਂ ਤਾਂ ਨਹੀਂ ਮਾਰਨਗੇ। ਕਿਸੇ ਚੀਜ਼ ਦੀ ਮੰਗ ਕਰ ਸਕਦੇ, ਖੋਹ ਕੇ ਲਿਜਾ ਸਕਦੇ, ਭੱਜ ਸਕਦੇ, ਦੌੜ ਸਕਦੇ। ਬੰਦਾ ਤਾਂ ਪਰਿਵਾਰਾਂ ਦੇ ਪਰਿਵਾਰ ਮਾਰੇ ਨੇ, ਅੰਦਰ ਵੜ ਕੇ ਮਾਰੇ ਨੇ, ਬਜ਼ੁਰਗਾਂ ਤੱਕ ਨੂੰ ਮਾਰਿਆ। ਬਿਲਕੁਲ ਠੀਕ ਹੈ। ਨਾਲੇ ਰਵਾਇਤ ਕੋਈ ਅੱਜ ਜਦੋਂ ਤੁਸੀਂ 1959 ਦੀ ਗੱਲ ਕਰਦੇ ਹੋ, 1878 ਦੀ ਗੱਲ ਕਰਦੇ ਹੋ, ਉਦੋਂ ਤੋਂ ਚੱਲਿਆ ਆ ਰਿਹਾ ਇਹ। ਇਹ ਜਿਹੜੀਆਂ ਇਹਨਾਂ ਲੋਕਾਂ ਦੀ ਜਿਹੜੀ ਮਨਸ਼ਾ ਹੈਗੀ ਆ ਉਹ ਠੀਕ ਨਹੀਂ ਹੈਗੀ। ਇਹ ਲੋਕ ਇਸ ਸੰਦਰਭ 'ਚ ਲੈ ਰਹੇ ਨੇ ਕਿ ਹੁਣ ਹਿੰਦੂਤਵ ਨੂੰ ਖਤਰਾ ਪੈਦਾ ਹੋ ਜਾਊਗਾ। ਵੱਡੇ ਜਿਹੜੇ ਕਾਰਪੋਰੇਟ ਨੇ ਕੀ ਉਹਨਾਂ ਕੋਲ ਹਥਿਆਰ ਨਹੀਂ ਹੈਗੇ?
ਕੀ ਉਹਨਾਂ ਕੋਲ ਪਰਸਨਲ ਬਾਡੀਗਾਰਡ ਨਹੀਂ ਹੈਗੇ, ਕੀ ਉਹਨਾਂ ਬਾਡੀਗਾਰਡਾਂ ਕੋਲ ਹਥਿਆਰ ਨਹੀਂ ਹੈਗੇ। ਠੀਕ ਹੈ ਨਾ। ਆ ਪ੍ਰਾਈਵੇਟ ਸਿਕਿਉਰਿਟੀ ਕਿੱਡੀ ਫਿਰਦੀ ਆ, ਪ੍ਰਾਈਵੇਟ ਸਿਕਿਉਰਿਟੀ ਕਿੰਨੀ ਹੋਈ ਆ, ਕਿੰਨੇ ਬੈਂਕਾਂ ਨੇ ਹਾਇਰ ਕੀਤੀ ਹੈ, ਕਿੰਨੇ ਆਫਿਸਰਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਹੈ, ਕੀ ਉਹ ਹਥਿਆਰਾਂ ਤੋਂ ਬਿਨਾਂ ਹੀ ਆ। ਉਹਨਾਂ ਕੋਲ ਵੀ ਤਾਂ ਨਿੱਜੀ ਲਾਇਸੈਂਸੀ ਹਥਿਆਰ ਨੇ, ਮਾਡਰਨ ਨੇ ਚਾਹੇ ਦੂਜੇ ਨੇ, ਜਿੰਨੀ ਕੈਪੈਸਿਟੀ ਹੈ ਉਸ ਹਿਸਾਬ ਨਾਲ ਉਹਨੇ ਆਪਣੇ ਅਫੋਰਡ ਕੀਤੇ ਹੋਏ ਨੇ, ਹਾਂ ਆਪ ਲਏ ਹੋਏ ਨੇ। ਸੋ ਇਹਨਾਂ ਨੂੰ ਮੈਂ ਇਸ ਗੱਲ ਤੇ ਬੋਲਣਾ ਚਾਹੁੰਦਾ ਸੀਗਾ ਕਿ ਜਿਹੜੇ ਲੋਕਾਂ ਨੇ ਇਹਨੂੰ ਇੱਕ ਕੌਮ ਦਾ, ਇੱਕ ਕਮਿਊਨਿਟੀ ਦਾ, ਇੱਕ ਵਰਗ ਦਾ ਇਸ ਬਿਆਨ ਨੂੰ ਜਿਹੜਾ ਹਿੱਸਾ ਬਣਾ ਕੇ ਦੂਜੇ ਵਰਗ ਦੇ ਉੱਤੇ ਥੋਪਣਾ ਚਾਹਿਆ ਨਾ, ਐਸੀ ਗੰਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਜੀ। ਬਿਲਕੁਲ ਠੀਕ ਹੈ। ਉਹ ਆਪਸ ਵਿੱਚ ਭਾਈਚਾਰਾ ਬਣਿਆ ਹੋਇਆ, ਹਥਿਆਰ ਲੰਮੇ ਸਮੇਂ ਤੋਂ ਰੱਖਦੇ ਆ ਰਹੇ ਨੇ ਲੋਕ, ਲੰਮੇ ਸਮੇਂ ਤੱਕ ਰੱਖਣਗੇ ਵੀ। ਠੀਕ ਹੈ। ਉਹ ਕੋਈ ਵੀ ਰੱਖ ਸਕਦਾ ਕਿਉਂਕਿ ਕਾਨੂੰਨ ਜਿਹੜਾ ਹੈਗਾ ਉਹਦਾ ਅਧਿਕਾਰ ਬਣਦਾ, ਕਾਨੂੰਨੀ ਪ੍ਰਕਿਰਿਆ ਅਡਾਪਟ ਕਰਕੇ ਉਹ ਬੰਦਾ ਲੈ ਲੈਂਦਾ। ਤੇ ਇਹਦੇ ਨਾਲ ਕਿਸੇ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ, ਕੋਈ ਵੀ ਰੱਖ ਸਕਦਾ ਆਪਣੀ ਨਿੱਜੀ ਰੱਖਿਆ ਵਾਸਤੇ ਵੀ, ਆਤਮ ਰੱਖਿਆ ਦੇ ਲਈ ਕੋਈ ਵੀ ਰੱਖ ਸਕਦਾ। ਇਹਦੀ ਆਗਿਆ ਜਿਹੜੀ ਹੈਗੀ ਆ ਉਹ ਕਾਨੂੰਨ ਦਿੰਦਾ ਹੈ। ਸੋ ਇਸ ਤਰ੍ਹਾਂ ਜਿਹੜੇ ਬਿਆਨਬਾਜ਼ੀ ਕਰਦੇ ਨੇ ਲੋਕ, ਚਾਹੇ ਉਹ ਮੀਡੀਆ ਆ ਤੇ ਚਾਹੇ ਪੋਲੀਟੀਸ਼ੀਅਨ ਨੇ, ਉਹ ਵੰਡੀਆਂ ਨਾ ਪਾਉਣ। ਨਾ ਪੰਜਾਬ ਕਦੇ ਖਿੰਡਿਆ, ਨਾ ਪੰਜਾਬ ਨੇ ਕਿਸੇ ਦਾ ਵਿਰੋਧ ਕੀਤਾ। ਠੀਕ ਹੈ। ਨਾ ਹੀ ਪੰਜਾਬ ਕਦੇ ਕਿਸੇ ਦਾ ਵਿਰੋਧ ਕਰੂਗਾ। ਸੰਸਾਰ ਲੈਵਲ ਤੇ ਵੀ ਇਹ ਗੱਲ ਕਿੰਨੇ ਵਾਰ ਡਿਬੇਟ ਦਾ ਇਸ਼ੂ ਰਹੀ ਹੈ ਕਿ ਹਥਿਆਰਾਂ ਦੇ ਵਿੱਚੋਂ ਹੀ ਸ਼ਾਂਤੀ ਆਉਂਦੀ ਹੈ। ਜੇਕਰ ਮਨੁੱਖਤਾ ਜੇ ਵਿਕਾਸ ਕਰਕੇ ਇੱਥੋਂ ਤੱਕ ਪਹੁੰਚੀ ਹੈ ਤਾਂ ਉਹਦੇ ਪਿੱਛੇ ਹਥਿਆਰਾਂ ਦਾ ਇੱਕ ਬੜਾ ਵੱਡਾ ਕਾਰਨ ਹੈ। ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਆਮ ਨੇ, ਬਿਲਕੁਲ, ਕਿ ਬਾਹਰਲੇ ਦੇਸ਼ਾਂ ਦੇ ਵਿੱਚ ਯੁੱਧ ਹੋਈ ਜਾ ਰਹੇ ਨੇ, ਕਿ ਬਾਹਰਲੇ ਦੇਸ਼ਾਂ ਦੇ ਗ੍ਰਹਿ ਯੁੱਧ ਛਿੜੇ ਹੋਏ ਨੇ। ਸਭ ਤੋਂ ਵੱਡੀ ਸੁਪਰੀਮ ਕੰਟਰੀ USA ਦੇ ਵਿੱਚ ਆਮ ਲੋਕਾਂ ਕੋਲ ਕੋਈ ਦਿੱਕਤ ਨਹੀਂ ਹੈਗੀ। ਪਤਾ ਹੈ ਕਿ ਰੱਖਿਆ ਵਾਸਤੇ ਰੱਖਿਆ ਜ਼ਰੂਰੀ ਹੈ, ਉਹਨਾਂ ਨੂੰ ਰੱਖੇ ਹੋਏ ਨੇ ਸਾਰਿਆਂ ਨੇ। ਕਿਹੜੇ ਦੇਸ਼ 'ਚ ਨੇ ਜਿਹੜੇ ਜਿੱਥੇ ਆਮ ਨਹੀਂ ਹੈਗੇ ਹਥਿਆਰ ਦੱਸਣ, ਕਿੱਥੇ ਪਾਬੰਦੀ। ਤਾਂ ਇਹ ਚੀਜ਼ਾਂ ਇੱਥੇ ਸਾਡੇ ਦੇਸ਼ ਦੇ ਵਿੱਚ ਇਹਨੂੰ ਧਰਮ ਦਾ ਹਿੱਸਾ ਬਣਾ ਕੇ ਬਿਆਨ ਵੀ ਦਿਆ ਜਾਂਦਾ, ਜਾਂ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਲਿਆ ਜਾਂਦਾ, ਜਾਂ ਆਪਣੇ ਤਰੀਕੇ ਨਾਲ ਵਰਤ ਲਿਆ ਜਾਂਦਾ। ਨਹੀਂ, ਥੋੜ੍ਹਾ ਜਿਹਾ ਆਪਣਾ ਇੱਥੇ ਹੈ ਕਿ ਇੱਕ ਤਾਂ ਹੁੰਦਾ ਮੁੱਦਾ, ਕੋਈ ਵੀ ਹੋਵੇ, ਹਥਿਆਰ ਦਾ ਹੋਵੇ, ਧਰਮ ਦਾ ਹੋਵੇ, ਜਾਤ ਦਾ ਹੋਵੇ, ਪਾਤ ਦਾ ਹੋਵੇ। ਇੱਕ ਹੁੰਦਾ ਮੁੱਦਾ, ਇੱਕ ਹੁੰਦੀ ਹੈ ਮੁੱਦੇ ਦੀ ਪੋਲੀਟਿਕਸ। ਹੁਣ ਇਹ ਗੱਲ ਹਥਿਆਰਾਂ ਦੀ ਨਹੀਂ, ਹਥਿਆਰਾਂ ਦੀ ਪੋਲੀਟਿਕਸ ਦੀ ਹੈ। ਪੋਲੀਟਿਕਸ ਦੀ ਆ ਗਈ, ਇੱਥੇ ਰਾਜਨੀਤੀ ਖੇਡੀ ਜਾਂਦੀ ਹੈ। ਇਹਨਾਂ ਲੋਕਾਂ ਨੂੰ ਇਹ ਚਾਹੀਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਪਸੰਦ ਲੋਕ ਨੇ, ਉਹ ਸਾਰੇ ਸ਼ਾਂਤੀ ਨਾਲ ਰਹਿ ਰਹੇ ਨੇ। ਜੀ ਬਿਲਕੁਲ। ਠੀਕ ਹੈ। ਉਹਨਾਂ ਦੇ ਚਾਹੇ ਘਰਾਂ 'ਚ ਕੋਈ ਹਥਿਆਰ ਹੈ ਚਾਹੇ ਨਹੀਂ ਹੈ, ਉਹਨਾਂ ਨੂੰ ਪਤਾ ਹੈ ਵੀ ਕਿੱਥੇ ਵਰਤਣਾ, ਕਿੱਥੇ ਨਹੀਂ ਵਰਤਣਾ, ਕੀ ਚੀਜ਼ ਲੋੜੀਂਦੀ ਹੈ, ਕੀ ਨਹੀਂ ਲੋੜੀਂਦੀ ਹੈਗੀ। ਸਮਝਦਾਰ ਬੰਦੇ ਨੇ, ਉਹਨਾਂ ਨੂੰ ਇੰਨਾ ਛੇਤੀ ਇਹਨਾਂ ਚੀਜ਼ਾਂ ਦੇ ਉੱਤੇ ਉਹ ਖੇਡ ਕੇ ਤੁਹਾਡੇ ਕਹੇ ਤੋਂ ਉਹ ਕਦੇ ਜੰਗ ਦਾ ਮੈਦਾਨ ਨਹੀਂ ਬਣਾਉਣ ਲੱਗੇ, ਤੇ ਨਾ ਹੀ ਬਣਨਾ ਕਦੇ। ਲੰਮੇ ਸਮੇਂ ਤੋਂ ਪੰਜਾਬੀਆਂ ਦਾ ਤਾਂ ਸ਼ੌਕ ਰਿਹਾ, ਕਹਿੰਦੇ ਕਿ ਹਥਿਆਰ ਰੱਖਦੇ ਸੀਗੇ, ਤੇ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਨਿਹੱਥੇ ਦੇ ਉੱਤੇ ਜਾ ਕੇ ਵਾਰ ਕਰਤਾ, ਜਾਂ ਕਿਸੇ ਨੂੰ ਵੀ ਫੜ ਕੇ ਇੱਦਾਂ ਡਰਾਤਾ ਧਮਕਾਤਾ, ਜਾਂ ਉਹ ਪੰਜਾਬੀਆਂ ਨੇ ਰੱਖੇ ਨੇ ਤਾਂ ਆਤਮ ਰੱਖਿਆ ਲਈ ਰੱਖੇ ਨੇ, ਜਾਂ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਰੱਖੇ। ਜੀ ਬਿਲਕੁਲ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।